जी नाजरीन, इस वक्त हम जलियाना गांव पर मौजूद हैं। यहाँ चंद रोज कबल एक ऐसा वाकया रूनुमा हुआ कि इस गांव के हर शख्स की आंखें आंसुओं से अश्कबार हो गईं। हाजी नवाज गुड्डू एक सियासी शख्सियत के हामिल हैं, लेकिन शरीके दी यग ने उन्हां दा सारा कार बर्बाद कर दिता। आइए इस हवाले से हाजी साहब से बात करते हैं। असल हकाइक है क्या? जी हाजी साहब, बताइएगा ये सारा वाकया कैसे पेश आया और इसमें असल हकाइक क्या है? ਕੁੜ ਰਾਧਾ ਕਿਸ਼ਨ ਦੇ ਕੋਲ ਸਾਡੀ ਜ਼ਮੀਨ ਹੈ ਡਾਲੇ ਤੇ ਉੱਥੇ ਨਾ ਮੇਰੇ ਕਜ਼ਨਾਂ ਦੀ ਸ਼ਾਦੀ ਸੀ, ਉਹਦੇ ਬੇਟੇ ਦੀ ਸ਼ਾਦੀ ਸੀ ਤੇ ਮੈਂ ਉੱਥੇ ਗਿਆ ਵਾਂ। ਉੱਥੋਂ ਮੈਂ ਨਿਕਲਿਆ ਵਾਂ, ਉਹਨੂੰ ਮੈਂ ਸਲਾਮੀ ਦਿੱਤੀ ਤੇ ਮੈਂ ਉੱਥੇ ਨਿਕਲਿਆ ਵਾਂ। ਇਹਨਾਂ ਨੂੰ ਵੀ ਬੰਦਿਆਂ ਨੂੰ ਮੈਂ ਉੱਥੇ ਸਭ ਨੂੰ ਮਿਲ ਕੇ ਨਿਕਲਿਆ ਵਾਂ। ਮਿਲ ਕੇ ਤੇ ਇੱਥੇ ਮੈਂ ਜਦੋਂ ਵਾਪਸ ਆਇਆ ਕਣੀਆਂ ਗਿਆ ਦੇ ਕੋਲ ਆ ਗਿਆ ਵਾਪਸ, ਤੇ ਲਾੜੇ ਵਾਲੀ ਗੱਡੀ ਤੇ ਪਿੱਛੋਂ ਜਿਹੜੇ ਲਾੜੇ ਦੇ ਨਾਲ ਗੱਡੀਆਂ ਨੇ ਉਹ ਵੀ ਆ ਗਈਆਂ ਨੇ। ਉਹ ਜਦੋਂ ਆਈਆਂ ਨੇ ਨਾ ਤੇ ਮੈਂ ਜਿਹੜਾ ਨਾ ਉੱਥੇ ਲਾੜੇ ਦੇ ਪਿੱਛੇ ਪਿੱਛੇ ਲੱਗ ਗਿਆ। ਇੱਕ ਗੱਡੀ ਆਈ ਹੈ ਪਜਾਰੋ ਪੁਰਾਣੇ ਮਾਡਲ ਦੀ, ਇਹ ਆਈ ਹੈ। ਦੋ ਵਾਰੀ ਨੇ ਮੈਨੂੰ ਨਾ ਕੋਸ਼ਿਸ਼ ਕੀਤੀ ਮੇਰੀ ਗੱਡੀ ਦੇ ਨਾਲ ਲਾਉਣ ਦੀ, ਨਾ ਗੱਡੀ ਤੇ ਮੈਂ ਆਪਦੀ ਗੱਡੀ ਬਚਾਈ ਹੈ। ਪਰ ਮੈਂ ਫਿਰ ਇਹ ਹਿਸਾਬ ਲਾਇਆ, ਮੈਂ ਕਿਹਾ ਘਰੇ ਕੋਈ ਬੱਚੇ ਹੋਣੇ ਨੇ ਤੇ ਇਹਨਾਂ ਉਹ ਸ਼ਾਦੀਆਂ ਸ਼ੂਦੀਆਂ ਦੇ ਕੋਈ ਸ਼ਰਾਬ ਪੀ ਲੈਂਦੇ, ਤੇ ਮੈਂ ਕਿਹਾ ਸਾਡੀ ਗੱਡੀ 'ਚ ਤੋੜਨ ਦੇ ਅਸੀਂ ਆਪਦੀ ਬਚਾਈਏ। ਅਸੀਂ ਅੱਗੇ ਨਿਕਲ ਗਏ, ਸ਼ਾਦੀ ਹਾਲ 'ਚ ਪਹੁੰਚੇ ਹਾਂ, ਉੱਥੇ ਇਹ ਨਿਕਲੇ ਨੇ ਉਸੇ ਗੱਡੀ 'ਚੋਂ। ਮੈਂ ਕਿਹਾ ਇਹ ਗੱਡੀ 'ਚ ਸਨ। ਇਹ ਆਣ ਕੇ ਮੇਰੇ ਮੋਢੇ 'ਤੇ ਹੱਥ ਰੱਖ ਕੇ ਮੈਨੂੰ ਕਹਿੰਦਾ ਮੈਂ ਪਾਪਾ। ਮੈਂ ਕਿਹਾ ਯਾਰ ਪਾਪੇ ਦੇ, ਮੈਂ ਕਿਹਾ ਮੈਂ ਕੀ ਕਰਾਂ। ਇਹ ਅੱਗੇ ਮੈਂ 14 ਸਾਲ ਜਿਹੜੀ ਹੈ ਨਾ ਭੁਗਤ ਲਈ ਹੈ ਨਾ, ਤੇ ਅਗਲਿਆਂ ਨੂੰ ਮੈਂ ਸਬਕ ਦੇ ਲਿਆ। ਅੱਗੇ ਇਹਨੇ ਇਸ ਤੋਂ ਪਹਿਲੋਂ ਜਿਹੜਾ ਸੀ ਨਾ 5 ਕਤਲ ਜਿਹੜੇ ਕੀਤੇ ਨਾ ਇੱਥੇ ਜਲਿਆਣੇ ਦੇ ਵਿੱਚ, ਉਹਨਾਂ ਬੰਦਿਆਂ ਨਾਲ ਰਾਤ ਇਹਨੇ ਘਰਾਣੇ ਵਗ ਚੁੱਕਿਆ ਸੀ, ਸੁਬਾਹ ਇਹਨੇ ਉਹਨਾਂ ਨੂੰ ਕਤਲ ਕੀਤਾ ਸੀ। ਤੇ ਉਹ ਗੱਲ ਜਿਹੜੀ ਹੈ ਨਾ, ਮੈਂ ਕਿਹਾ ਯਾਰ ਇਹ ਮਾਕਸ ਜਿਹੀਆਂ ਗੱਲਾਂ ਨਹੀਂ ਕਰੀਦੀਆਂ, ਇਹ ਚੰਗੀਆਂ ਨਹੀਂ ਹੁੰਦੀਆਂ ਗੀਆਂ। ਉੱਥੋਂ ਅਸੀਂ ਅੰਦਰ ਚਲੇ ਗਏ, ਅੰਦਰ ਜਾ ਕੇ ਨਾ ਬਹਿ ਗਏ। ਬਹਿ ਕੇ ਤੇ ਜਦੋਂ ਅਸੀਂ ਖਾਣਾ ਖਾ ਲਿਆ, ਉੱਥੇ ਖਾਣਾ ਖਾ ਕੇ ਉਹਨੇ ਵੀ ਖਾ ਲਿਆ, ਅਸੀਂ ਖਾ ਲਿਆ, ਤੇ ਉੱਥੋਂ ਉੱਠ ਕੇ ਮੇਰੇ ਕੋਲ ਆ ਗਿਆ। ਮੇਰੇ ਕੋਲ ਤੁਸੀਂ ਮੇਰੇ ਵੱਡੇ ਭਾਈ ਹੋ, ਮੇਰੇ ਗੋਡਿਆਂ ਦੀ ਹੱਥ ਲਾਇਆ, ਮੇਰੇ ਤੁਸੀਂ ਭਾਈ ਹੋ। ਮੈਂ ਕਿਹਾ ਯਾਰ ਇਹ ਗੱਲ ਐਵੇਂ ਪਾਪ, ਜੇ ਮੈਨੂੰ ਹੀ ਲਾ ਇਲਾਹਾ ਇਲੱਲਾ ਮੁਹੰਮਦ ਰਸੂਲullah, ਮੈਂ ਮੈਨੂੰ ਜੇ ਪਤਾ ਹੋਵੇ ਨਾ ਵੀ ਤੁਸੀਂ ਗੱਡੀ 'ਚ ਤਾਂ ਜੇ, ਤੇ ਮੈਂ ਤੁਹਾਨੂੰ ਵੈਸੇ ਹੀ ਆਉਂਦਾ ਵੀ ਤੁਸੀਂ ਭਾਈ ਜਿੱਧਰ ਮਰਜ਼ੀ ਅੱਗੇ ਲਾ ਲਓ, ਮੇਰੇ ਕਿਹੜਾ ਐਡਾ ਕੋਈ ਮਸਲਾ। ਮੈਂ ਕਸਮ ਖਾ ਕੇ ਉੱਥੇ ਸਾਡੀ ਦੀ ਜੱਫੀਆਂ ਪਾਈਆਂ ਨੇ, ਉੱਥੇ ਮਿਲ ਕੇ ਉਹ ਤੋਂ ਵਾਪਸ ਨਿਕਲ ਆਇਆ ਸੀ। ਭਾਈ ਸ਼ਬਾਜ਼ ਆ ਗਿਆ ਸੀ, ਨਾਸਰ ਆ ਗਿਆ ਬਾਹਰ, ਅਸੀਂ ਇੱਥੇ ਡੇਰੇ 'ਤੇ ਆ ਗਏ ਹਾਂ। ਡੇਰੇ ਦੇ ਨਾਸਰ ਅਸੀਂ ਦੁੱਧ ਪੀ ਕੇ ਇੱਥੋਂ ਵਾਪਸ ਜਾ ਰਹੇ ਨੇ। ਨਾਸਰ ਤੇ ਫਾਇਰਿੰਗ ਕੀਤੀ ਨੇ, ਉਹਦੀਆਂ ਗੱਡੀਆਂ ਨੂੰ ਬਰਸਟ ਮਾਰੇ, ਨਾਸਰ ਨੂੰ ਸਿਰ 'ਚ ਫਾਇਰ ਲੱਗ ਗਿਆ। ਉਸ ਤੋਂ ਬਾਅਦ ਮੇਰਾ ਬੇਟਾ ਹੈ, ਉਹ ਆਪਦੀ ਵਾਲਦਾ ਨਾਲ ਜਾ ਰਿਹਾ, ਉਹਦੇ ਤੇ ਫਾਇਰਿੰਗ ਕੀਤੀ ਨੇ, ਉਹ ਉਹਦੀ ਵਾਲਦਾ ਨੂੰ ਫਾਇਰ ਲੱਗ ਗਿਆ। ਉਸ ਤੋਂ ਬਾਅਦ ਉਸੇ ਬੇਟੇ ਨੂੰ ਲਾਹ ਕੇ ਉਹਦੀ ਮਾਂ ਦੇ ਸਾਹਮਣੇ ਉਹਨੂੰ ਜਿਹੜਾ ਉਹਦੇ ਤੇ ਤਸ਼ੱਦਦ ਕਰਦੇ ਨੇ ਪੈ, ਉਹਨੂੰ ਵੱਟ ਮਾਰਦੇ ਨੇ ਪੈ ਸਾਨੂੰ। ਉਸ ਮਾਂ ਦੇ ਦੇਖੋ, ਜਿਸ ਮਾਂ ਨੂੰ ਫਾਇਰ ਲੱਗਾ ਉਹਦੇ ਬੇਟੇ ਨੂੰ ਵੀ ਉਹਦੇ ਸਾਹਮਣੇ ਤਸ਼ੱਦਦ ਕਰ ਰਹੇ ਨੇ ਤੇ ਉਹਨੂੰ ਵੱਟ ਮਾਰ ਰਹੇ ਨੇ। ਕਿੱਧਰ ਗਿਆ ਇਸ ਤਰ੍ਹਾਂ ਭਲਵਾਨ, ਹੁਣ ਪਿਓ ਹੁਣ ਆਵੇ ਤੇਰੇ ਪਿੱਛੇ। ਅਸੀਂ ਗਏ ਪਿੱਛੇ ਆਈਏ, ਅਸੀਂ ਮੇਰੇ ਰਾਜ ਨਦੀਮ ਹੈ ਬੇਟਾ ਮੇਰਾ ਨਾਲ, ਤੇ 2 ਮੁੰਡੇ ਮੇਰੇ ਨਾਲ ਨੇ। ਅਸੀਂ ਆਈਏ ਉਤਰਨੇ ਵੇ ਗੱਡੀ 'ਚ, ਪਹਿਲਾ ਫਾਇਰ ਮੈਨੂੰ ਲੱਗ ਗਿਆ, ਦੂਸਰਾ ਲੱਗ ਗਿਆ, ਦੂਸਰਾ ਉਹ ਮੁੰਡੇ ਜਿਹੜਾ ਗਾਰਡ ਉਹਨੂੰ ਲੱਗ ਗਿਆ, ਉਹਨੂੰ ਵੱਖੀ 'ਚ ਇੱਧਰੋਂ ਵੱਜਾ ਫਾਇਰ, ਤੇ ਉਹਨੂੰ ਉਹਦੇ ਗੁਰਦੇ ਫਾਰਗ ਹੋ ਗਏ ਨੇ। ਉਹ ਉਹਦੀ ਅਜੇ ਵੀ ਹਸਪਤਾਲ ਦੇ ਵਿੱਚ ਹਾਲਤ ਉਹਦੀ ਸੀਰੀਅਸ ਹੈ ਅਜੇ ਵੀ, ਉਸ ਜਿਹੜਾ ਮੁੰਡਾ ਜਿਹੜਾ। ਉਸ ਤੋਂ ਬਾਅਦ ਦੂਸਰੇ ਦੇ ਸਿਰ 'ਚ ਫਾਇਰ ਲੱਗ ਗਿਆ। ਉਸ ਤੋਂ ਬਾਅਦ ਜਿਹੜਾ ਹੈਗਾ ਨਦੀਮ, ਉਹਨੂੰ ਵੀ ਫਾਇਰ ਉੱਥੇ ਹੀ ਲੱਗ ਗਏ ਨੇ, ਉਹਦੇ ਸਿਰ 'ਚ ਲੱਗ ਗਏ ਨੇ। ਮੈਂ ਮੁੰਡੇ ਨੂੰ ਪੁੱਛਿਆ ਜਿਨ੍ਹਾਂ ਨੂੰ ਫਾਇਰ ਲੱਗੇ ਨੇ, ਮੈਂ ਕਿਹਾ ਨਦੀਮ ਕਿੱਥੇ 'ਚ? ਉਹਨਾਂ ਕਿਹਾ ਨਦੀਮ ਜਿਹੜਾ ਨਾ ਪਿੱਛੇ ਉਤਰ ਗਿਆ। ਨਦੀਮ ਨੂੰ ਵੀ ਕੋਈ ਫਾਇਰ ਲੱਗੇ ਗਏ ਨੇ, ਪਰ ਨਦੀਮ ਪਿੱਛੇ ਉਤਰ ਗਿਆ ਖਰੇ। ਮੈਂ ਕਿਹਾ ਚਲੋ ਸਾਰਿਆਂ ਨੂੰ ਲੱਗ ਗਏ ਨੇ ਤੇ ਚਲੋ ਬਚਤ ਹੋ ਗਈ ਹੈ। ਤੇ ਮੈਂ ਉਸੇ ਤਰ੍ਹਾਂ ਉਹਨੂੰ ਚੁੱਕਿਆ ਤੇ ਉਹਨੂੰ ਜਾ ਕੇ ਨਾ ਜਿਹੜਾ ਹੈਗਾ ਉਹਨੂੰ ਹਸਪਤਾਲ ਲੈ ਕੇ ਪਹੁੰਚਿਆ। ਪਤਾ ਲੱਗਾ ਵੀ ਨਦੀਮ ਤਾਂ ਪਿੱਛੇ ਹੀ ਹੈ ਜੀ, ਗੱਡੀ ਦੇ ਵਿੱਚ ਹੀ ਪਿਆ। ਇੰਜ ਸਾਡੇ ਨਾਲ ਆ ਵਾਕਿਆ ਗੁਜ਼ਰਿਆ। ਸਾਡੇ ਨਾਲ ਇੰਜ ਤਸ਼ੱਦਦ ਜਾਂ ਇੰਜ ਸਾਡੇ ਦੇ ਦਰਿੰਦਿਆਂ ਤਰ੍ਹਾਂ ਫਾਇਰਿੰਗ ਕੀਤੀ ਗਈ ਹੈ। 5000 ਖੋਲ ਉੱਥੋਂ ਕਲਾਸ਼ਨ ਦਾ 5-6000 ਫੜਿਆ ਗਿਆ, 5-6000 ਉੱਥੋਂ ਖੋਲ ਜਿਹੜਾ 223 ਦਾ ਫੜਿਆ ਗਿਆ, ਜਿਹੜੇ ਨਹੀਂ ਦੇ ਖੋਲ ਉੱਥੋਂ ਫੜੇ ਗਏ ਨੇ।
ਅੰਧਾ ਧੁੰਦ ਫਾਇਰਿੰਗ ਕੀਤੀ ਹੈ ਵੀ ਸਾਨੂੰ ਇਹ ਨਹੀਂ ਪਤਾ ਹੈਗਾ ਵੀ ਇਹ ਸਾਡੇ ਨਾਲ ਕੀਤਾ ਕਿਉਂ ਹੈ, ਸਾਡਾ ਗੁਨਾਹ ਕੀ ਹੈ, ਸਾਡੀ ਗਲਤੀ ਕੀ ਹੈ। ਅਸੀਂ ਵੀ ਪਾਕਿਸਤਾਨ ਦੇ ਰਹਿਸ਼ੀ ਹਾਂ। ਮਰੀਮ ਸਾਹਿਬਾਂ ਨੂੰ ਅਸੀਂ ਵੀ ਜਿਹੜੀ ਵਜ਼ੀਰ ਆਲਾ ਸਾਹਿਬਾਂ ਨੂੰ ਅਸੀਂ ਵੀ ਇਹ ਰਿਕੁਐਸਟ ਕਰਨੇ ਆ ਵੀ ਸਾਡੇ ਨਾਲ ਐਡੀ ਵੱਡੀ ਜ਼ਿਆਦਤੀ ਹੋਈ ਹੈ, ਸਾਡੇ ਨਾਲ ਐਡਾ ਵੱਡਾ ਜ਼ੁਲਮ ਹੋਇਆ ਹੈ। ਅਸੀਂ ਤੇ ਸਾਡਾ ਗੁਨਾਹ ਕੀ ਹੈ ਵੀ ਸਾਡੇ ਨੂੰ ਇਨਸਾਫ ਮਿਲ ਜੇ, ਤੇ ਸਾਨੂੰ ਇਨਸਾਫ ਮਿਲਿਆ ਤੇ ਅਸੀਂ ਕੁਛ ਨਹੀਂ ਕਰਾਂਗੇ। ਤੇ ਨਹੀਂ ਤਾਂ ਫਿਰ ਜਿਨ੍ਹਾਂ ਦੇ ਜਵਾਨ ਪੁੱਤਰ ਮਾਰੇ ਹੋਣ ਉਹਨਾਂ ਨੂੰ ਵੀ ਰਾਹਤ ਨੀਂਦਰ ਤੋਂ ਉਹਨਾਂ ਨੂੰ ਵੀ ਨਹੀਂ ਆਉਂਦੀ ਹੈਗੀ, ਤੇ ਨਾ ਹੀ ਅਸੀਂ ਸੌਂਦੇ ਹਾਂ। ਨਾ ਉਹਦੀ ਮਾਂ ਸੌਂ ਰਹੀ ਹੈ, ਨਾ ਅਸੀਂ ਸੌਂ ਰਹੇ ਹਾਂ, ਨਾ ਉਹਦੇ ਭਾਈ ਸੌਂ ਰਹੇ, ਨਾ ਉਹਦੀਆਂ ਬੇਟੀਆਂ ਮੇਰੀਆਂ ਸੌਂ ਰਹੀਆਂ ਨੇ। ਸਾਡੇ ਘਰ ਦੀ ਇਹ ਪੋਜੀਸ਼ਨ ਬਣੀ ਵੀ ਹੈ ਵੀ ਜਿਸ ਦਿਨ ਤੋਂ ਸਾਡਾ ਬੇਟਾ ਗਿਆ ਹੈ ਉਹਦਾ ਐਡਾ ਵੱਡਾ ਜਨਾਜ਼ਾ ਹੋਇਆ, ਕੋਈ ਇੱਥੇ ਲੱਖਾਂ ਦੇ ਤਾਦਾਦ 'ਤੇ ਉਹਦਾ ਜਨਾਜ਼ਾ ਹੋਇਆ ਵੀ ਜਿਸ ਜਨਾਜ਼ੇ ਦਾ ਨਾਂ ਪਿੱਛੋਂ ਪਤਾ ਸੀ ਤੇ ਨਾ ਅੱਗੋਂ ਪਤਾ ਸੀ। ਅੱਲਾਹ ਪਾਕ ਨੇ ਉਹਨੂੰ ਜੰਤੀ ਰੂਹ ਹੈ, ਅੱਲਾਹ ਪਾਕ ਉਹਨੂੰ ਜਨਤਾ ਜੀ ਕਰ ਦੇਵੇ। ਪਰ ਉਸ ਮੇਰੇ ਬੇਟੇ ਦਾ ਜਨਾਜ਼ਾ ਵੀ ਇੱਥੇ ਦੁਨੀਆ ਨੂੰ ਦੱਸ ਗਿਆ ਵੀ ਉਹਦੇ ਨਾਲ ਜਿਹੜਾ ਹੈਗਾ ਨਾ ਜੰਤੀ ਰੂਹ ਹੋਵੇ ਜਿਹੜਾ, ਉਹਦਾ ਹੀ ਏਡੇ ਏਡੇ ਜਨਾਜ਼ੇ ਹੁੰਦੇ ਨੇ, ਬਾਕੀ ਦੇ ਕਿੱਥੋਂ ਏਡੇ ਏਡੇ ਜਨਾਜ਼ੇ ਹੁੰਦੇ ਨੇ। ਪਰ ਸਾਡੀ ਬਾਰ ਸਾਡਾ ਮੀਰ ਸਾਹਿਬ ਵੀ ਸਾਡੇ ਨਾਲ ਹੈ। ਅਸੀਂ ਤਰੀਕੇ ਲਬੈਕ ਵੱਲੋਂ ਇਲੈਕਸ਼ਨ ਲੜਿਆ। ਪਿਛਲਾ ਇਲੈਕਸ਼ਨ ਜਿਹੜਾ ਸੀ ਉਹਦੇ 'ਚ ਵੀ 22,000 ਵੋਟ ਲਿਆ, ਐਤਕੀ ਵੀ 22,000-25,000 ਵੋਟ ਲਿਆ। ਪਰ ਸਾਡੇ ਨਾਲ ਬਹੁਤ ਵੱਡੀ ਜ਼ਿਆਦਤੀ ਹੋਈ ਹੈ। ਸਾਡੇ ਉਸ ਤੋਂ ਬਾਅਦ ਸਾਡੇ ਨੇ ਪੁਲਿਸ ਨੇ ਰੇਟਾਂ ਉਹਨਾਂ ਦੇ ਕਰਨ ਦੀ ਬਜਾਏ ਸਾਡੇ ਘਰਾਂ 'ਚ ਰੇਟਾਂ ਕੀਤੀਆਂ। ਸਾਡੇ ਨਾਲ ਜ਼ਿਆਦਤੀ ਜ਼ੁਲਮ ਬਹੁਤ ਜ਼ਿਆਦਾ ਕੀਤਾ ਗਿਆ। ਅਸੀਂ ਸਿਰਫ ਇਨਸਾਫ ਦੀ ਇਹ ਕਹਿੰਦੇ ਹਾਂ ਬਾਰ ਸ਼ਹਿਬਾਜ਼ ਸ਼ਰੀਫ ਵੀ ਮੁਲਕ ਦਾ ਵਜ਼ੀਰ ਆਜ਼ਮ ਹੈ, ਉਹਨੂੰ ਵੀ ਅਸੀਂ ਇਹ ਕਰਨੇ ਆ ਮਿਹਰਬਾਨੀ ਸਾਡੇ ਤੇ ਕੀਤੀ ਜਾਏ। ਇਹ ਜਿਹੜੇ ਸਾਡੇ ਕਾਤਲ ਨੇ 3 ਪਕੜੇ ਗਏ ਨੇ, 4-5 ਬਾਹਰ ਨੇ, ਉਹ ਅਜੇ ਵੀ ਦਹਿਸ਼ਤ ਫੈਲਾਈ ਖਲੋਤੇ ਨੇ। ਉਹ ਆਉਂਦੇ ਨੇ ਵੀ ਅਸੀਂ ਅਜੇ ਵੀ ਬੜਾ ਕੁਝ ਕਰਨਾ, ਸਾਡਾ ਉਹਨਾਂ ਜੀਣਾ ਹਰਾਮ ਕੀਤਾ। ਅਜੇ ਵੀ ਉਹਨਾਂ ਨੂੰ ਜਿਹੜੀ ਨੱਥ ਨਹੀਂ ਪਾ ਰਹੀ, ਜਾਂ ਉਹਨਾਂ ਨੂੰ ਐਡੇ ਜ਼ਾਲਮ ਨੇ ਜਿਨ੍ਹਾਂ ਬੰਦੇ ਜਿਹੜੇ 5 ਮਾਰੇ ਸਨ ਨਾ, ਉਹਨਾਂ ਦੇ ਪਹਿਲੇ ਵੀ ਉਹਨਾਂ ਦੇ ਚਿਹਰੇ ਉੱਤੋਂ ਗਰਦਨਾਂ ਹੀ ਉੱਡ ਗਈਆਂ ਸਨ। ਉਹਨਾਂ ਦੇ ਮੂੰਹ ਤੇ ਚਿਹਰੇ ਨਹੀਂ, ਚਿਹਰੇ ਤੇ ਉਹਨਾਂ 400 ਫਾਇਰ ਚਿਹਰਿਆਂ ਤੇ ਮਾਰਿਆ ਸੀ ਉਹਨਾਂ ਦੇ। ਇਹ ਉਹ ਜ਼ਾਲਮ ਨੇ, ਉਹ ਇਹ ਜਿਹੜਾ ਮੁਰਤਜ਼ਾ ਪਾਪੇ, ਇਹ ਉਹ ਹੀ ਗਰੁੱਪ ਹੈ, ਉਹ ਹੀ ਇਹਨਾਂ ਨੂੰ ਜਿਹੜਾ ਨਾ ਇਹ ਬਾਰ ਅਪੀਲ ਸਾਡੀ ਵੀ ਇਹ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਹੋ ਗਿਆ। ਪੁਲਿਸ ਕਹਿ ਰਹੀ ਬਾਕੀ ਜਿਹੜੇ ਉਹਨਾਂ ਦੇ 5 ਬਾਹਰ ਫਿਰਦੇ ਨੇ ਉਹਨਾਂ ਦੀ ਰਾਤ ਨੂੰ ਅਜੇ ਵੀ ਫਿਰਨੇ ਜਿਹੜੇ ਉਹ ਜਾਈਏ ਮਾਹੌਲ ਉਹ ਉਂਝ ਹੀ ਕਰ ਰਹੇ ਨੇ ਵੀ ਸਾਡਾ ਕੀ ਵਿਗੜ ਜਾਂਦਾ, ਕੀ ਕਰ ਲੈਂਦੇ। ਜੇ ਅੱਗੇ ਅਸੀਂ 5 ਮਾਰ ਕੇ ਬਾਹਰ ਆ ਗਏ ਤੇ ਅਸੀਂ ਅੱਗੇ ਪ੍ਰੈਸ਼ਰ ਨਾਲ ਉਹਨਾਂ ਅੱਗੇ ਸੁलह कराई, मुखालफा तो उन्हें प्रेशर ना सुलह कराई। जी नाजरीन, आपने सुना एक मजलूम बाप की फरियाद। रोती हुई आंखों से, लड़खड़ाती हुई ज़बान से पंजाब हुकूमत के आला अफसरान और पंजाब हुकूमत की वज़ीर आला मोहतरमा मरियम नवाज से फरियाद करते हुए इनका ये कहना है कि मेरे बेटे नदीम हसन के कातिलों के खिलाफ सख्त से सख्त कार्रवाई की जाए।